बाकी सारे धर्मां नाल औखी है। ਇਹਦੇ 'ਚ उपलब्धि भी है, होर धर्मां 'ਚ ਤਾਂ उपलब्धि है नहीं कोई। ये जो उपलब्धि है यही औखी है सब नूं। कहो नानके खेल कठिन है, ये खेल बहुत औखा है। हाँ, टूटे तागे तागे टुट गए सारे ही। ਹੁਣ ਉਹ ਕਹਿੰਦਾ, कबीर कहना मैं खड्डी के तागे टुट गए। वो बैठा मगर उत्थे भी लिख रहा है काशी छड्डी हुई है, खड्डी नाले 85 साल की उम्र जो खड्डी बनता, मुंडा होगा 60 साल के उपर होगा, ਉਹਦਾ ਮੁੰਡਾ ਵੀ ਗੱਡੀ ਛੱਡ ਕੇ ਆਊ, ਕਹਾਂ ਪੋਤੇ ਪੋਤੇ ਹੋਣਗੇ। ਜਿਹੜਾ ਆਦਮੀ 90 ਸਾਲ ਦੇ ਕਰੀਬ 80 ਸਾਲ ਦੇ ਉੱਪਰ ਹੋਇਆ ਉਹਦਾ ਤਾਂ ਮੁੰਡਾ ਵੀ ਹੋ ਸਕਦਾ 70 ਸਾਲ ਦਾ ਹੀ ਹੋਵੇ, ਕਿ 10-12 ਸਾਲ ਦਾ ਵਿਆਹ ਕਰ ਦਿੰਦੇ ਸੀ ਉਦੋਂ। ਆਪਣੇ ਗੁਰੂ ਘਰ 'ਚ 10-11 ਸਾਲ ਦੇ ਵਿਆਹ ਹੋਏ ਨੇ ਗੁਰੂਆਂ ਦੇ। ਸੀ ਉਹ ਏਦਾਂ ਉਦੋਂ 20 ਸਾਲ ਦੇ ਫਰਕ ਨਾਲ ਮੰਨੀ ਜਾਂਦੀ ਸੀ ਪੀੜ੍ਹੀ। 20 ਸਾਲ ਦੇ ਫਰਕ ਨਾਲ ਪੀੜ੍ਹੀ ਮੰਨੀ ਜਾਂਦੀ ਸੀ ਉਦੋਂ। ਜ਼ਿਆਦਾ ਤੋਂ ਜ਼ਿਆਦਾ 20, ਇਹ ਤੋਂ ਘੱਟ ਵੀ ਹੋ ਸਕਦੇ ਨੇ, 15 ਵੀ ਹੋ ਸਕਦੇ ਨੇ, ਪਰ 20 ਸਾਲ ਦੇ ਫਰਕ ਨਾਲ ਪੀੜ੍ਹੀ ਮੰਨੀ ਜਾਂਦੀ ਸੀ ਉਦੋਂ। ਇਸ ਕਰਕੇ 20 ਤੇ ਗਾਂ ਕੋਈ ਕਰਦਾ ਹੀ ਨਹੀਂ ਸੀ। ਇੱਕ ਪੀੜ੍ਹੀ 20 ਸਾਲ ਦੀ 20 ਤੇ ਉੱਪਰ ਗਾਂ ਕੀ ਲੈਣਾ ਗਣ ਕੇ 20 ਤੱਕ ਦੀ ਗਿਣਤੀ ਗਿਣਦੇ ਸੀ। ਕਈ ਵੀਆਂ 4 ਵੀਆਂ 2 ਵੀਆਂ 20 ਤੱਕ ਗਿਣਤੀ ਸਗਾ ਤੇ ਵੀ ਗਾਂ ਦਾ ਲੋੜ ਹੀ ਨਹੀਂ ਗਿਣਦੀ। ਪੀੜ੍ਹੀ ਖਤਮ ਹੋਈ 20 ਸਾਲ ਤੋਂ ਬਾਅਦ। ਕਹਾਂ ਗਿਣਤੀਆਂ ਮੁੱਕੀ ਹੋਈ ਸੀ, ਬਸ 20 ਦੀਆਂ ਬਣਾਉਂਦੇ ਤੇ 20 ਦੇ ਗਿਣ ਲਓ। ਦੂਜੀ ਪੀੜ੍ਹੀ ਆ ਗਈ 20 ਤੋਂ ਬਾਅਦ। ਜਿਹੜਾ ਆਦਮੀ 80 ਸਾਲ ਤੇ ਟੱਪ ਗਿਆ 60 ਸਾਲ ਦਾ ਤਾਂ ਉਹਦਾ ਮੁੰਡਾ ਜ਼ਰੂਰ ਹੋ ਗਿਆ ਨਾ। अस्सी साल ਦੀ ਉਮਰ ਦੇ 70 ਤੋਂ 80 ਦੇ ਵਿਚਾਲੇ ਕਬੀਰ ਗਿਆ ਉੱਥੇ ਮਗਰ ਕਾਸ਼ੀ ਛੱਡ ਕੇ। ਕਿਹਨੇ ਲਿਖਿਆ ਨਾ, ਮਾਰਨ ਪਿਆ ਮਗਰ ਕੀ ਬਾਸੀ, ਮਰਨ ਕਲਾਰੇ ਜਾਵੇਂ ਚਲਾ ਗਿਆ। ਜਦ ਸਰੀਰ ਨੇ ਆ ਛੱਡਤੀ ਜੋੜ ਦੀ ਵੀ ਹੁਣ ਕੋਈ ਜਿਉਂਦਾ ਨਹੀਂ ਰਹਿ ਸਕਦਾ। ਔਰ 70 ਸਾਲ ਦੇ ਬਾਅਦ ਆ ਛੱਡ ਦਿੰਦਾ, ਛੱਡੇ ਦਿੰਦਾ 70 ਸਾਲ ਦੇ ਬਾਅਦ। ਹੁਣ ਤਾਂ ਬਈ 17 ਦੇ ਵੈਸੇ ਮਾਤੇ ਨੇ ਲਿਖਿਆ ਹੈ, ਜਿਹੜਾ ਮਨਮੁਖ ਹੈ 17ਵਾਂ ਮਾਤੇ ਨੂੰ ਹੋ ਜਾਂਦਾ, ਕਿਉਂਕਿ ਗੁਰਮੁਖੀ ਦਾ ਇਸ ਕਰਕੇ ਮਾਤੇ ਨੂੰ ਹੋਇਆ ਨਹੀਂ। ਉਹ ਗੁਰਮੁਖਾਂ ਦੇ ਉੱਤੇ ਲਾਗੂ ਨਹੀਂ ਨਾ ਹੁੰਦਾ। ਗੁਰਮੁਖ ਬੁੱਢੇ ਕਦੇ ਨਾ ਹੋਈ ਜਿਹਨਾਂ ਅੰਦਰ ਸੁਰਤ ਗਿਆਨ, ਉਹਦੇ ਅੰਦਰ ਸੁਰਤ ਗਿਆਨ ਸੀ, ਇਸੇ ਕਰਕੇ ਲੋਭ ਵਸ ਨਹੀਂ ਹੋਇਆ ਉਹ, ਇਸ ਕਰਕੇ ਮੋਹ ਵਸ ਨਹੀਂ ਹੋਇਆ ਉਹ। टारगेट हथ पैर ना जो मर्जी काम करता रहा है, हथ पैर कर कम सब टारगेट चीज निरंजन वाले रखे उन्हें। वो जो शब्द ने उन्हें 3-4 वो जो साफ हो जाती है सारी कहानी कबीर के शब्दों चो। भावें माड़ा फेरदा सी पर टारगेट ਉਹਦਾ ਕੀ ਸੀ, ਚੀਤ ਨਿਰੰਜਨ ਨਾਲ ਦਰਸ਼ਨ ਦੀ ਗੱਲ ਸੀ ਉਹਦੇ ਅੰਦਰ, ਆਤਮ ਦਰਸ਼ਨ ਦੀ ਗੱਲ ਸੀ ਉਹਦੇ ਅੰਦਰ। मेरा मन कल्पना छड़ दूगा, मेरे अंदर जी कल्पना मैनू मुक्ति मिल जूगी। मुक्ति तक की गल सी, अगली गल का नहीं सी पता। अगली गल का तो उतो गां से जाके पता लग्या ना। बकार भी 5 नहीं पता सी उन्होंने, 6वें बकार का तो गां जाके पता लगे। मुक्ति तो गां की है भी गां जाके पता लगे। हाँ जी, टूटे तागे निखुट्टी पाल शरीर ना सारे अखां नालों सुरत टुट गई। तागा की तो सुरत, ध्यान जिहड़ा हैगा ध्यान दे तागे सारे ज्ञान इंद्रियां नालों टुट गए। निखुट्टी पान चढ़ी हुई सी ना, पा चढ़िया होया सी धागे नूं। पा काहदा सी, ये तर माया पाया प्यारे। माया का जिहड़ा पा सी ना चढ़िया होया, माया का मोह, क्योंकि वो खोटा साबित हो गया। वो मैं तां तो हो गया लाता, मैनू पता है खोट है माया का मोह। जिहड़ी खोट है ना साडे विच नूं खोट कहने असीं, मन खोटा जिहड़ा है
ਉਹ ਮਨ ਖੋਟਾ ਹੈ, ਉਹ ਖੋਟ ਸੀ ਸ੍ਰੀ ਚੰਦ ਵਿੱਚ, ਲਖਮੀ ਚੰਦ ਵਿੱਚ। ਦਿਲ ਖੋਟੇ ਆਕੀ ਫਿਰਨ ਬਨ, ਆਕੀ ਫਿਰਨ ਬਨ ਭਾਰ ਉਚਾਰਨ ਛੱਟੀ ਹੈ। ਉਹ ਮਾਇਆ ਨਾਲ ਜੁੜਿਆ ਹੋਇਆ ਸੀ, ਸਰੀਰ ਨਾਲ ਜੁੜਿਆ ਹੋਇਆ ਸੀ। ਸਰੀਰ ਨਾਲ ਜੁੜੀ ਹੋਈ ਧਰਮ, ਸਰੀਰ ਨਾਲ ਜੁੜੇ ਜੋੜਨ ਵਾਲਾ ਹੀ ਧਰਮ ਧਾਰਨ ਕਰ ਲਿਆ। ਗੁਰਮਤਿ ਦਾ ਧਰਮ ਜਿਹੜਾ ਹੈਗਾ, ਗੁਰਮਤਿ ਜਿਹੜੀ ਹੈ ਸਰੀਰ ਨੂੰ ਤੋੜਦੀ ਹੈ, ਮਾਇਆ ਨੂੰ ਤੋੜਦੀ ਹੈ, ਉਹ ਮਾਇਆ ਨੂੰ ਜੋੜਦਾ ਸੀ। ਰਾਮਦੇਵ ਵਰਗੇ ਮਾਇਆ ਨਾਲ ਜੋੜਦੇ ਨੇ। ਜਿਹੜੇ ਜਿਹੜਾ ਪਿੰਗਲਾ ਸੁਖਮਣਾ ਸਰੀਰ ਦੀਆਂ ਨਾੜੀਆਂ ਬਣਦੇ ਨੇ, ਉਹ ਮਾਇਆ ਨੂੰ ਜੋੜਦੇ ਨੇ। ਜਿਹੜੇ ਸੁਰਤ ਮਤ ਮਨ ਬੁੱਧ ਤੇ ਧਰਮ ਆਧਾਰਿਤ ਹੈ, ਜਿਹਨਾਂ ਦਾ ਸੁਰਤ ਮਤ ਮਨ ਬੁੱਧ, ਉਹ ਮਾਇਆ ਨੂੰ ਤੋੜਦਾ। ਸਾਡੇ ਪਹਿਲਾਂ ਹੀ ਹੈ ਕਿਥੇ ਘੜੀਏ ਸੁਰਤ ਮਤ ਮਨ ਬੁੱਧ। ਸਾਡਾ ਧਰਮ ਦਾ, ਸਾਡੇ ਧਰਮ ਦਾ ਸੰਬੰਧ, ਗੁਰਮਤਿ ਦਾ ਸੰਬੰਧ ਸੁਰਤ ਮਤ ਮਨ ਬੁੱਧ ਨਾਲ ਹੈ। ਉਹਨਾਂ ਦਾ ਧਰਮ ਸਰੀਰ ਨਾਲ, ਜਿਹੜਾ ਬਿੰਦਰਾ ਨਾਲ ਹੈ, ਤਿਰਕੁਟੀ ਦਿਮਾਗ ਨਾਲ ਹੈ, ਉਹਨਾਂ ਦਾ ਹੋਊਗਾ, ਸਾਡਾ ਨਹੀਂ ਹੈ। ਉਹਨਾਂ ਦੀ ਅੱਖ ਵੀ ਤੀਜੀ ਮੱਥੇ 'ਚ ਹੈ, ਔਰ ਤੀਜੀ ਅੱਖ ਹੁੰਦੀ ਹੈ ਅਕਲ। ਮੰਨਦੇ ਵੀ ਹਾਂ ਅਸੀਂ, ਮੰਨਦੇ ਵੀ ਹਾਂ। ਆਪਾਂ ਕੀ ਕਹਿੰਦੇ, ਅਕਲ ਦਾ ਅੰਨਾ। ਅਕਲ ਦਾ ਅੰਨਾ ਕੀ ਕਹਿੰਦੇ? ਅੱਖ, ਅਕਲ ਰੂਪੀ ਅੱਖ ਤੋਂ ਅੰਨਾ। ਆਪਣੀ ਬੋਲੀ 'ਚ ਵੀ ਬੋਲਦੇ ਅੰਧੇ ਅਕਲੀ ਬਾਹਰ ਹੈ, ਤੈਨੂੰ ਸਿਉ ਕਿਆ ਕਹੀਏ। ਜਿਹਨੂੰ ਅਕਲ ਦਾ ਕੰਮ ਨਹੀਂ ਲੈਂਦਾ, ਉਹ ਅਕਲ ਹੈ ਕੋਲ ਕੰਮ ਨਹੀਂ ਲੈਂਦਾ, ਉਹ ਨਹੀਂ। ਇਹ ਅਕਲ ਹੈ ਨਹੀਂ, ਇਹ ਤਾਂ ਹੈ ਨਹੀਂ। ਇਹ ਹੈ ਤਾਂ ਤਰਕ ਨਹੀਂ ਕਰਦਾ, ਸ਼ਰਧਾ ਨਾਲ ਰੋਕਿਆ ਹੋਇਆ ਤਰਕ ਕਰਨ ਤੇ। ਸ਼ਰਧਾ ਕਹਿੰਦੇ ਆ ਕਿੰਤੂ ਪਰੰਤੂ ਨਹੀਂ ਕਰਨਾ, ਕਿਉਂ ਅਕਲ ਵਾਲੇ ਨੂੰ ਤਾਂ ਕਿੰਤੂ ਪਰੰਤੂ ਤੋਂ ਰੋਕਤਾ। ਬੇਅਕਲ ਦੇ ਕੋਲ ਹੁੰਦੀ ਹੈ, ਬੇਅਕਲ ਕਿੰਤੂ ਪਰੰਤੂ ਹੁੰਦਾ ਹੀ ਨਹੀਂ ਕਰਦਾ ਹੁੰਦਾ। ਬੇਅਕਲ ਨੇ ਕੀ ਕਰਨਾ, ਅਕਲ ਵਾਲਾ ਕਿੰਤੂ ਪਰੰਤੂ ਕਰੂ। ਉਹਨੂੰ ਸ਼ਰਧਾ ਨਾਲ ਰੋਕ ਦਿੱਤਾ ਵੀ ਬੋਲੀ ਨਾ ਤੂੰ। ਇਹ ਬਹੁਤ ਸ਼ਰਾਰਤੀ ਧਰਮ, ਸ਼ਰਾਰਤੀ ਲੋਕਾਂ ਦਾ ਧਰਮ, ਇਹ ਸ਼ੈਤਾਨ ਦਾ ਧਰਮ ਹੈ। ਅਕਲੀ ਪੜ੍ਹ ਕੇ ਬੁਝੀਏ, ਅਕਲੀ ਸਤਿਗੁਰ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁਝੀਏ, ਅਕਲੀ ਕੀਜੇ ਦਾਨ। ਨਾਨਕ ਆਖੇ ਰਾਹ ਉਹ ਹੋਰ ਗੱਲਾਂ, ਬਾਕੀ ਮੱਤਾਂ ਸ਼ੈਤਾਨ ਦੀਆਂ ਬੱਤਾਂ ਨੇ ਸਾਰੀਆਂ। ਕੱਲਾ ਰਾਹ ਹੈ ਅਕਲ ਵਾਲਾ, ਸਾਰਿਆਂ ਨੂੰ ਅਕਲ ਦੇਣ ਵਾਲਾ, ਅਕਲ ਬੁੱਧ ਬਦਲਣ ਵਾਲਾ, ਵਿਵੇਕ ਵਿਚਾਰ ਵਿਵੇਕੀ ਬਣਾਉਣ ਵਾਲਾ, ਵਿਵੇਕ ਵਿਚਾਰ ਪਰ ਉਹਦਾ ਚ ਪੈਦਾ ਕਰਨ ਵਾਲਾ ਧਰਮ ਹੈ। ਬਾਕੀ ਸਾਰੇ ਧਰਮ ਮੱਤ ਮਾਰਨ ਵਾਲੇ ਨੇ, ਮੱਤ ਮਾਰ ਕੇ ਇਹਨਾਂ ਨੂੰ ਬਸ ਚ ਰੱਖਣੇ ਆਪਣੇ। ਮੱਤ ਤਾਂ ਉਹਨਾਂ ਦੀ ਮਾਰੀ ਹੋਈ ਹੈ, ਜਿਹੜੇ ਪ੍ਰਚਾਰਕ ਨੇ, ਜਿਹੜੇ ਗੁਰੂ ਬਣੇ ਬੈਠੇ ਨੇ, ਮੱਤ ਉਹਨਾਂ ਦੀ ਮਾਰੀ ਹੋਈ ਹੈ। ਸੱਚ ਨੂੰ ਛੱਡ ਕੇ ਝੂਠ ਵੱਲ ਜਿਹੜੇ ਲੱਗੇ ਨੇ, ਮੱਤ ਤਾਂ ਮਾਰੀ ਹੋਈ ਉਹਨਾਂ ਦੀ। ਲੋਕਾਂ ਨੇ ਮੱਤ ਵੀ ਮਾਰ ਰਹੇ ਨੇ, ਜਮ ਦੇ ਜਾਲ 'ਚ ਆਪ ਫਸੇ ਨੇ, ਲੋਕਾਂ ਨੂੰ ਫਸਾ ਰਹੇ ਨੇ। ਇਸ ਕਰਕੇ ਉਹਨਾਂ ਨੂੰ ਜਮ ਕੇ ਦੂਤ ਬਣਦੀ ਹੈ ਬਾਣੀ। ਉਹਨਾਂ ਗੁਰੂਆਂ ਨੂੰ ਕੀ ਬਣਦੀ ਹੈ? ਜਮ ਕੇ ਦੂਤ। ਜਮ ਦੇ ਨਾਲ ਖੜੇ ਨੇ, ਇੱਕ ਨੂੰ ਨਹੀਂ ਬਚਣ ਦਿੰਦੇ ਤੇਰੇ ਜਾਲ ਤੋਂ। ਦੇਖ ਸਹੀ, ਜਿਹੜੇ ਪਰੇ ਨੂੰ ਜਾਣ ਕੇ ਚੋਗਾ ਪਾ ਕੇ ਉਹਨਾਂ ਨੂੰ ਤੇਰੇ ਲਿਆ ਕੇ ਫਸਾ ਦਾਂਗੇ। ਚੋਗਾ ਕਾਹਦਾ? ਸਿੱਧੀਆਂ ਸਿੱਧੀਆਂ ਦਾ ਚੋਗਾ। ਕਿਸੇ ਨੂੰ ਪੁੱਤ ਮਿਲਦਾ, ਕਿਸੇ ਨੂੰ ਲੋਹ ਮਿਲਦਾ, ਲੋਭ ਲਾਲਚਾਂ ਦੀ ਪੂਰਤੀ ਦਾ ਚੋਗਾ ਪਾ ਕੇ ਲਿਆ ਕੇ ਫਸਾ ਦਿੰਦੇ ਨੇ ਜਾਲ 'ਚ। ਇਸੇ ਕਰਕੇ ਕਬਰਾਂ ਤੇ ਲੋਕ ਜਾਂਦੇ ਨੇ, ਇਸੇ ਕਰਕੇ ਗੁਰਦੁਆਰੇ ਪਾਠ ਲਿਖਾ ਕੇ ਅਰਦਾਸਾਂ ਕਰਦੇ ਨੇ। ਚੋਗਾ ਉਹ ਚੋਗਾ ਦਾ ਦੀਦਾ, ਜਾਲ ਨਹੀਂ ਦੀਦਾ ਇਹਨਾਂ ਨੂੰ। ਜਿਹੜਾ ਚੋਗਾ ਨਾ, ਚੋਗਾ ਦਾ ਦੀਦਾ ਆਦਮੀ ਨੂੰ, ਲੋਭੀ ਨੂੰ, ਜਾਲ ਨਹੀਂ ਦੀਦਾ। ਮਛਲੀ ਜਾਲ ਨਾ ਜਾਣਿਆ, ਮਛਲੀ ਨੇ ਜਾਲ ਨਹੀਂ ਦੇਖਿਆ। ਇਹ ਚੋਗਾ ਸਾਰਾ ਫਸਾਉਣ ਦਾ। ਜਿੰਨੇ ਟੀਵੀ ਤੇ ਪ੍ਰਚਾਰ ਕਰਦੇ ਨੇ ਸਾਰੇ ਸਾਧ ਸੰਤ, ਕੁਝ ਕੋਈ ਵੇਚਦਾ, ਕੋਈ ਵੇਚਦਾ,
ਜੋਸ਼ੀ ਸਭ ਚੋਗਾ ਪਾਉਂਦੇ ਨੇ ਲੋਭ ਦਾ ਫਸਾਉਣ ਵਾਸਤੇ। ਲੋਭ 'ਚ ਫਸੇ ਜੰਮਦੇ ਜਾਲ 'ਚ ਫਸ ਜਾਣਗੇ ਸਾਰੇ। ਉਹਦਾ ਪੁੱਤਰਾਂ ਦੀ ਮੰਗ ਹੈ ਨਾ, ਜਿਹੜੀ ਬਾਬੇ ਬੁੱਢੇ ਨਾਲ ਜੋੜਤੀ ਇਹਨਾਂ ਨੇ। ਉਹਦੇ ਦਾ ਇਹਦਾ ਲਿਖਿਆ ਪੁੱਤੀ ਗੰਢ ਪਵੇ ਸੰਸਾਰ। ਪੁੱਤਾਂ ਦੀ ਜਿਹੜਾ ਸੁਰਤ ਹੈ ਨਾ, ਜਿਹਨਾਂ ਦਾ ਧਿਆਨ ਪੁੱਤਾਂ 'ਚ ਹੈ, ਉਹ ਸੰਸਾਰ ਨਾਲ ਗੰਢ ਪਈ ਰਹੂ। ਉਹਨਾਂ ਦੀ ਸੰਸਾਰ ਨਾਲ ਗੰਢ ਕੁੱਟਲ ਗਾਂਠ ਜਿਹੜੀ ਹੈ ਖੁੱਲਣੀ ਆਉਂਦੀ ਉਹਨਾਂ ਦੇ ਅੰਦਰ। ਸਿਫਤੀ ਗੰਢ ਪਵੇ ਦਰਬਾਰ। ਉਹ ਜਿਹੜੇ ਆਦਮੀ ਦੀ ਦਰਬਾਰ 'ਚ ਗੰਢ ਪਈ ਹੋਈ ਸੀ, ਉਹ ਦਰਬਾਰ ਨਾਲ ਤੋੜ ਕੇ ਪੁੱਤਰ ਮੋਹ ਨਾਲ ਜੋੜ ਲੂਗਾ ਗੰਢ। ਇਹ ਮੱਤ ਮਾਰੀ ਗਈ ਸਿੱਖਾਂ ਦੀ। ਕਿਉਂ? ਅਸਲ 'ਚ ਮੱਤ ਪਹਿਲਾਂ ਮਾਰੀ ਹੋਈ ਸੀ। ਮੱਤ ਤਾਂ ਜਾਗਣੀ ਸੀ, ਜਾਗਣ ਦਿੱਤੀ ਹੋਈ ਨਹੀਂ। ਇਹ ਗੁਰੂਆਂ ਨੇ ਵੀ ਪੁੱਤ ਨਾ ਮੰਗੇ ਨੇ। ਬਸ ਇਹ ਗੁਰੂਆਂ ਨੇ ਮੰਗਿਆ, ਅਸੀਂ ਤਾਂ ਆਪੇ ਭਰੀ। ਇਹ ਗੁਰੂ ਨੇ ਪੁੱਤ ਮੰਗਿਆ ਹੈ, ਅਸੀਂ ਤਾਂ ਮਗੂਲੇ ਆਦਮੀ ਹਾਂ। ਪੁੱਠੀ ਪੜਾਈ ਪੜਾਤੀ ਸਾਖੀਆਂ ਨੇ ਜਾਣ ਬੁੱਝ ਕੇ। ਅੱਜ ਸਿੱਖੀ ਭਾਲਦੇ ਨੇ, ਸਿੱਖੀ ਕਿੱਥੋਂ ਆਉਣੀ ਸੀ? ਪੜਾਈ ਤਾਂ ਸਾਰੀ ਪੁੱਠੀ ਹੈ। ਜਿਹੜਾ ਗੁਰਬਾਣੀ 'ਚ ਲਿਖਿਆ ਹੈ ਮਾਨਸ ਕੀ ਟੇਕ ਬਿਰਥੀ ਸਭ ਜਾਣ, ਉਹਨੂੰ ਮਾਨਸ ਦੇ ਉੱਤੇ ਦੀ ਟੇਕ ਰਖਾਤੀ ਬਾਬੇ ਬੁੱਢੇ ਤੇ। ਮੈਂ ਤਾਂ ਦੇ ਨਹੀਂ ਸਕਦਾ ਆਪਣੇ ਆਪ ਨੂੰ, ਬਾਬਾ ਬੁੱਢਾ ਦੇ ਸਕਦਾ। ਸ਼ਰਾਬ ਤਾਂ ਦੇ ਸਕਦਾ, ਛੇਵੇਂ ਪਾਤਸ਼ਾਹ ਆਪਣੇ ਘਰ 'ਚ, ਬਾਹਰ ਨਹੀਂ ਦੇ ਸਕਦਾ। ਬੀਬੀ ਬਿਓ ਦੇ ਵਿਆਹ ਨੂੰ ਸ਼ਰਾਬ ਦਿੰਦਾ ਤਾਂ ਦਿਖਾਤਾ ਵੀ ਇਹ ਮਠਿਆਈ ਤੁਰਕ ਖਾਣਗੇ, ਜਿਹੜੀ ਸੰਗਤ ਨੂੰ ਦਿੱਤੀ। ਉਹ ਸ਼ਰਾਬ ਨਹੀਂ ਹੈ, ਉਹ ਕੀ ਹੈ? ਵਰਦਨ ਦਾ ਨਹੀਂ ਦਿਖਾਇਆ। ਗੁਰਬਾਣੀ 'ਚ ਬਾਰ ਸ਼ਰਾਬ ਹੁੰਦਾ ਹੀ ਨਹੀਂ, ਦੋ ਨਹੀਂ ਬੰਦੀ ਗੁਰਬਾਣੀ। ਜਿਹੜਾ ਭਾਣਾ ਜਿੱਥੇ ਹੈ, ਭਾਣੇ ਨੂੰ ਮੰਨਣ ਵਾਲਾ ਧਰਮ ਹੈ, ਉੱਥੇ ਬਾਰ ਸ਼ਰਾਬ ਦਾ ਸਵਾਲ ਨਹੀਂ ਪੈਦਾ ਹੁੰਦਾ। ਹੁਕਮ ਲਾਈ ਚੱਲਣਾ, ਨਾਨਕ ਲਿਖਿਆ ਨਾਲ, ਤਾਂ ਹੁਕਮ ਨਾਲ ਵੀ ਚੱਲਣਾ। ਜੇ ਕੋਈ ਚੱਲਣਾ ਚਾਹੇ ਹੁਕਮ ਦੇ ਬਾਹਰ ਤਾਂ ਵੀ ਚੱਲ ਨਹੀਂ ਸਕਦਾ, ਚੱਲ ਨਹੀਂ ਸਕਦਾ। ਹੋਊਗਾ ਉਹੀ ਜੋ ਉਹਨੂੰ ਮਨਜ਼ੂਰ ਹੈ, ਦੂਜਾ ਕੁਝ ਨਹੀਂ ਹੋ ਸਕਦਾ। ਤੇ ਗੁਰੂ ਦੇ ਦਿਲ 'ਚ ਆ, ਗੁਰੂ ਘਰ ਦੇ ਮਾਤਾ ਗੰਗਾ ਦੇ ਦਿਮਾਗ 'ਚ ਗੱਲ ਆ ਕਿਵੇਂ ਗਈ? ਪੁੱਤਰ ਦੀ ਲਿਆਤੀ ਉਹਨਾਂ ਨੇ ਸਾਖੀ ਬਣਾ ਕੇ। ਅੱਜ ਉਹੀ ਪ੍ਰਚਾਰ ਕਰਦੇ ਨੇ ਜਿਹੜੇ ਅੰਨੇ ਅਗਲੀ ਬਾਹਰ ਤਿੰਨ ਸਿਉਗਾ ਕਹੀ ਹੈ। ਇਹਨਾਂ ਨੂੰ ਕੀ ਦਸੀਏ ਗੁਰਬਾਣੀ ਕੀ ਹੁੰਦੀ? ਅੰਨੇ ਅਗਲੀ ਬਾਹਰ ਨੇ। ਅੰਦੇ ਅਕਲ ਤਾਂ ਪਹਿਲਾਂ ਹੈ ਨਹੀਂ, ਅਕਲ ਤਾਂ ਆਉਣੀ ਸੀ ਗੁਰਬਾਣੀ 'ਚ, ਉਹ ਤਾਂ ਆਉਣੀ ਹੋਣੀ। ਹੁਣ ਸਾਖੀ ਬਣਾ ਲਈ ਨਾ, ਸਾਖੀਆਂ ਨਾਲ ਅਕਲ ਨਹੀਂ ਆਉਣ ਦੇਣੀ ਉਹਨਾਂ ਨੂੰ। ਗੁਰ ਕੀ ਸਾਖੀ ਸ਼ਰਤੀ, ਇਹ ਗੁਰ ਕੀ ਸਾਖੀ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ। ਜੇ ਗੁਰਮਤਿ ਦੀ ਸਾਖੀ ਸੁਣਦੇ ਤਾਂ ਅੰਦਰ ਬੁੱਧ ਪ੍ਰਗਟ ਹੋ ਜਾਂਦੀ, ਜੋਤ ਬੁੱਧ ਹੁੰਦੀ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ ਹੈ ਤਾਂ ਨਹੀਂ, ਜੋਤ ਇਹਨਾਂ ਦੇ ਅੰਦਰ ਪ੍ਰਗਟ ਹੋ ਜਾਂਦੀ। ਪਰ ਜੇ ਗੁਰਬਾਣੀ ਤੇ ਟਿਕਦੇ, ਗੁਰਬਾਣੀ ਨੂੰ ਮੰਨਦੇ, ਸੁਣਦੇ, ਸਮਝਦੇ, ਫਿਰ ਪ੍ਰਗਟ ਹੋ ਜਾਂਦੀ। ਬਬੇ ਬੁੱਧ ਪ੍ਰਗਟ ਹੋ ਜਾਂਦੀ। ਹੋਵੇ ਕਿਵੇਂ? ਮੋਹ ਦੀ ਪੂਰਤੀ ਵਾਸਤੇ, ਲੋਭ ਦੀ ਪੂਰਤੀ ਵਾਸਤੇ ਤਾਂ ਅਸੀਂ ਗੁਰਦੁਆਰੇ ਜਾਂਦੇ। ਹੋਰ ਅੰਨੇ ਹੋਣ ਜਾਂਦੇ ਨੇ ਗੁਰਦੁਆਰੇ, ਔਰ ਉਹ ਵੀ ਅੰਨੇ ਕਰ ਲੈਣ ਵੀ ਗੋਲਕ ਦੇ ਗਾਹਾਂ ਨੂੰ ਦਿਖੇ ਹੀ ਨਾ ਕੀ ਹੈ। ਗੋਲਕ ਦੇ ਗਾਹਾਂ ਜੇ ਦੇਖ ਗਿਆ ਫਿਰ ਤਾਂ ਗੱਲ ਖਤਮ ਹੋ ਗਈ। ਫਿਰ ਤਾਂ ਉਹਨਾਂ ਦੀ ਗੋਲਕ ਦੇ ਗਾਹਾਂ ਜਿਉਂ ਦਿਖੂਗਾ ਤਿਉਂ ਇਹਨਾਂ ਦੇ ਜਿਹੜੇ ਨੇ ਨਾ ਮਗਰ ਜਾਲ ਟੁੱਟ ਜੂਗਾ। ਜਿਹੜਾ ਮਗਰ ਜਾਲ ਹੈ ਨਾ ਇਹਦਾ, ਹੁਣ ਵਕਤ ਐਸਜੀਪੀਸੀ ਦਾ ਵੀ ਮਗਰ ਜਾਲ ਹੈ। ਕਿਉਂ? ਇੱਥੋਂ ਦੂਆ ਪੈਰ ਕੀ ਹੈ ਰਾਜ ਤੇ? ਐਸਜੀਪੀਸੀ ਦੇ ਇਲੈਕਸ਼ਨ ਤੋਂ ਬਾਅਦ ਕੀ ਹੈ ਰਾਜ? ਮਾਇਆ, ਹੋਰ ਮਾਇਆ। ਇਹ ਆ ਕਿਤੇ ਕਹਿੰਦਾ ਨਰਕ ਦਾ ਰਸਤਾ ਹੈ, ਨਰਕ ਘੋਰ ਕਾ ਦੁਆਰਾ। ਨਰਕ ਘੋਰ ਕਾ ਦੁਆਰਾ, ਰਾਜੋ ਨਰਕ ਵੱਲ ਦਾ ਗੱਲ ਹੈ। ਹੁਣ ਉਹ ਕਹਿੰਦਾ ਤਾਗੇ ਟੁੱਟੇ ਨਖੁੱਟੀ ਪਾਉਣ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਰੱਖਣ ਦਾ ਕੀ ਮਤਲਬ ਹੈ? ਸਰੀਰ ਨਾਲ ਸਾਰੇ ਕਨੈਕਸ਼ਨ ਟੁੱਟ ਗਏ।
ਜੋ ਹਮ ਜੰਤ ਬਚਾਵਤੇ ਟੂਟ ਗਈ ਸਭ ਕਾਰ। ਦੂਜੀ ਪੰਕਤੀ ਪਈ ਹੈ ਕਬੀਰ ਦੀ ਹੋਈ ਸਾਡੇ ਕੋਲ। ਜੰਤ ਵਿਚਾਰਾ ਕਿਆ ਕਰੇ, ਉਹ ਚਲੇ ਬਚਾਵਣ ਹਾਰ। ਜੰਤ ਕੀ ਕਰੂਗਾ, ਸਰੀਰ ਕੀ ਕਰੂਗਾ? ਜਿਹੜਾ ਸਰੀਰ ਨੂੰ ਬਚਾਉਂਦਾ ਸੀ ਉਹ ਆਪ ਹੀ ਚਲਾ ਗਿਆ ਛੱਡ ਕੇ, ਤਿਰਕੁਟੀ ਛੱਡ ਕੇ ਹੀ ਚਲਾ ਗਿਆ। ਤਿਰਕੁਟੀ ਛੱਡ ਗਿਆ, ਜੰਤ ਕਾਹਦੇ ਨਾਲ ਬਚੂਗਾ? ਤੇ ਦੂਜੀ ਪੰਕਤੀ ਪਈ ਹੈ ਸਾਡੀ, ਇਹ ਦੇਖ ਲੈਂਦੇ ਕਬੀਰ ਨੇ ਕੀ ਕਿਹਾ। ਇਹ ਪੰਕਤੀ ਹੁੰਦੀ ਕੋਲ ਇਹਦੇ ਅਰਥ ਠੀਕ ਹੋ ਜਾਂਦੇ। ਤਾਗੇ ਟੁੱਟੇ ਨਖੁੱਟੀ ਪਾਣ, ਤਾਗਾ ਤਾਂ ਟੁੱਟ ਗਿਆ, ਪਾਣ ਜੜੀ ਤੇ ਧਾਗਾ ਜਿਹੜਾ ਹੈ ਮਜ਼ਬੂਤ ਹੋ ਜਾਂਦਾ। ਕੱਚਾ ਧਾਗਾ ਨਹੀਂ ਮਜ਼ਬੂਤ ਹੁੰਦਾ, ਜਦੋਂ ਕੱਟਿਆ ਜਾਂਦਾ ਫਿਰ ਇਹਨੂੰ ਪਾਣ ਚੜਾਈ ਜਾਂਦੀ ਹੈ, ਵੱਡਾ ਹੋਰ ਦਿੱਤਾ ਜਾਂਦਾ, ਫੇਰ ਬੁਣਿਆ ਜਾਂਦਾ। ਬੁਣੇ ਨਹੀਂ ਹੁੰਦਾ, ਕੱਚਾ ਧਾਗਾ ਤਾਣਾ ਤਲ ਕੇ ਬੁਣ ਕੇ ਦਿਖਾਓ, ਉਹਦਾ ਚੱਲਣਾ ਲਾਉਂਦੀ ਜਾਲੀ ਸਾਰੇ ਟੁੱਟ ਜਾਣਗੇ ਧਾਗੇ। ਪਾਣ ਲਾਈ ਦੇ ਬਾਅਦ ਧਾਗਾ ਮਜ਼ਬੂਤ ਹੁੰਦਾ, ਬੱਟ ਜਾਂ ਚੜ੍ਹਦਾ। ਬਾਹਮਣ ਵੱਤੇ ਜਾਏ, ਵੱਟਦਾ ਨਾ ਬਾਹਮਣ ਜਨੇਊ ਨੂੰ, ਉਹ ਧਾਗੇ ਨੂੰ ਪਾਣ ਚੜਾਉਂਦਾ ਵੱਡਾ ਹੋਰ ਦੇ ਕੇ। ਜੇ ਜਨੇਊ ਵਾਲੀ ਗੱਲ ਆਈ ਹੈ, ਇਹ ਪਾਣ ਲੱਗਦੀ ਹੈ ਉਦੋਂ ਇਹਨੂੰ ਆਟਾ ਲੱਗਦਾ। ਪਾਣ ਆਟੇ ਨੂੰ ਕਹਿੰਦੇ ਨੇ। ਨਿਖੁੱਟੀ ਪਹਿਲਾਂ ਤਾਂ ਪਾਣ ਲਾਹੀ ਇਹਦੀ, ਧਾਗੇ ਜਦ ਟੁੱਟੇ ਨੇ, ਜਦ ਪਾਣ ਲੈ ਜਾਂਦੀ ਹੈ ਕਮਜ਼ੋਰ ਹੋ ਜਾਈ ਕਰਤਾ ਜਿਹੇ ਜਾਂ ਪਹਿਲਾਂ ਸੀ, ਜਿਹੇ ਜਾਂ ਕੱਟਿਆ ਦੀ ਨਾ ਪਹਿਲਾਂ ਪਾਣ ਲਾ ਕੇ ਵੱਡਾ ਲਾ ਕੇ ਹੋ ਜਾ ਕਰਤਾ ਕਮਜ਼ੋਰ ਹੋਇਆ ਟੁੱਟ ਗਿਆ। ਵੱਟੇ ਧਾਗੇ ਦਾ ਵੱਡਾ ਲਾਤਾ, ਪਾਣ ਲਾਤੀ ਕਮਜ਼ੋਰ ਹੋ ਗਿਆ, ਕੱਚਾ ਰਹਿ ਗਿਆ ਟੁੱਟ ਗਿਆ, ਕੱਚੇ ਧਾਗਾ। ਧਾਗੇ ਟੁੱਟੇ ਨਖੁੱਟੀ ਪਾਣ, ਜਿੰਨਾ ਚਿਰ ਪਾਣ ਅਸੀਂ ਕੀ ਕਰਦੇ ਹਾਂ, ਪਾਣ ਹੋ ਗਈ ਜਾਂਦੇ, ਵੱਡਾ ਹੋ ਗਈ ਜਾਂਦੇ, ਧਾਗਾ ਮਜ਼ਬੂਤ ਕਰੀ ਜਾਂਦੇ। ਅਰਦਾਸਾਂ ਕਰਕੇ ਰੋਜ਼ ਨਾਲ ਤਾਂ ਪਾਣ ਚੜ੍ਹਦੀ, ਪਾਣ ਕਾਹਦੀ ਹੈ, ਰੋਜ਼ ਦੀ। ਇਹ ਤਨ ਮਾਇਆ ਪਾਹਿਆ ਪਿਆਰੇ, ਪਾਹਿਆ ਪਾਣ ਕੀ ਹੈ, ਪਾਹਿਆ ਮਾਇਆ ਦੀ ਪਾ, ਮਾਇਆ ਪਾਇਆ ਪਿਆਰੇ ਨੀਤਲਾ ਲੱਭ ਰੰਗਾ ਦਾ ਲੋਭ ਦਾ। ਇਹ ਕਿੱਥੇ ਗਿਆ? ਇਹ ਗਿਆ ਸਾਨੂੰ ਗੁਰਬਾਣੀ ਚ। ਇਦੋਂ ਕਹਾਂ ਦੀ ਸਭ ਸਾਡੇ ਕੋਲ ਬਹੁਤ ਕੁਝ ਪਿਆ ਸੀ ਗੁਰਬਾਣੀ, ਜੇ ਅਰਥਾਉਣੀ ਹੁੰਦੀ, ਜੇ ਅਰਥਾਉਣਾ ਹੁੰਦੇ ਬਹੁਤ ਕੁਝ ਪਿਆ ਗੁਰਬਾਣੀ, ਪਰ ਅਰਥਾਉਣਾ ਕਿਹਨਾਂ ਸੀ? ਕਿਹਨੇ ਅਰਥਾਉਣਾ ਸੀ? ਅੰਨਿਆਂ ਨੇ। ਇਹ ਤਾਂ ਅੰਨੇ ਸੀ, ਅਕਲ ਅੰਨੇ ਅਗਲੀ ਵਿਦਵਾਨ ਸੀ, ਮੂਰਖ ਪੰਡਤ ਤੇ ਵਿਦਵਾਨ ਮੂਰਖ। ਮੂਰਖਾਂ ਨੇ ਕੀ ਅਰਥਾਉਣਾ ਸੀ? ਤੁਹਾਡੇ ਕੋਲ ਇੰਨਾ ਕੁਝ ਪਿਆ, ਗੁਰਬਾਣੀ ਨੂੰ ਗੁਰੂ ਵੀ ਮੰਨਦੇ ਹੋ, ਉਹਦੇ ਪੁੱਛਦੇ ਇਹ ਅਰਥ ਹੋਣਾ ਕਿਵੇਂ ਅਰਥਾਈਏ? ਜੋ ਗੁਰਬਾਣੀ ਜੋ ਖੋਜਦੇ ਸਾਰੇ ਅਰਥ ਮਿਲ ਜਾਂਦੇ। ਗੁਰਬਾਣੀ ਨੇ ਖੋਜੀ ਨਹੀਂ, ਆਪਣੀ ਅਕਲ ਦੇ ਮੁਤਾਬਕ ਅਰਥਾਉਂਦੇ ਰਹੇ। ਠੀਕ ਹੈ ਕਿ ਆਪ ਆਪਣੀ ਬੁੱਧਾ ਜੇਤੀ ਬਰਦ ਭਿੰਨ ਤੋਤੀ, ਭਿੰਨ ਠੀਕ ਹੈ ਤਾਂ ਹੀ ਦੇ ਬੁੱਧ ਆਪਣੀ ਚੱਲਦੀ ਹੈ। ਜੇ ਗੁਰਬਾਣੀ ਦੇ ਆਧਾਰ ਤੇ ਅਰਥ ਆਵੇਗੇ, ਅਰਥ ਕੋਈ ਹੋਊਗੇ, ਸਾਰੀ ਦੇ ਇੱਕੋ ਅਰਥ ਹੋ ਜਾਣਗੇ। ਟੁੱਟੇ ਤਾਗੇ ਨਿਖੁੱਟੀ ਪਾਣ, ਜਿੰਨਾ ਚਿਰ ਪਾਣ ਮਾਇਆ ਦਾ ਮੋਹ ਲੈਂਦਾ ਨਹੀਂ ਰੋ, ਉਹਨਾਂ ਜਿਹੜੇ ਧਾਗੇ ਟੁੱਟਦੇ ਨਹੀਂ ਹੁਣ। ਦੁਆਰ ਉੱਪਰ ਝਲਕਾਵੇ ਕਾਨ, ਸੁਰਤ ਜਿਹੜੀ ਹੈ ਤਿਰਕੁਟੀ ਤੋਂ ਨਹੀਂ ਟੁੱਟਦੀ। ਜਿੰਨਾ ਚਿਰ ਤਿਰਕੁਟੀ ਤੋਂ ਸੁਰਤ ਟੁੱਟ ਗਈ, ਸਾਰੇ ਅੱਖਾਂ ਨਾਲ ਟੁੱਟ ਗਈ, ਕੰਨਾਂ ਨਾਲ ਟੁੱਟ ਗਈ, ਸਾਰੇ ਹੀ ਟੁੱਟ ਗਈ। ਨਿਖੁੱਟੀ ਪਾਣ, ਦੁਆਰ ਉੱਪਰ ਝਲਕਾਵੇ ਕਾਨ, ਦੁਆਰ ਉੱਪਰ ਦਸਵੇਂ ਦੁਆਰ ਤੇ ਚਮਕਦਾ ਕਾਨ ਮਨ। ਕੌਣ ਮਨ? ਚੰਦਰਮਾ ਚਮਕ ਰਿਹਾ ਪੂਰਨਿਆਂ ਦਾ। ਪੂਰਨਮਾਸ਼ੀ ਦਾ ਚੰਦਰਮਾ ਚਮਕਦਾ ਨਹੀਂ ਹੁੰਦਾ। ਅੱਛਾ, ਦੁਆਰ ਤੇ ਆ ਗਿਆ, ਜਾਂ ਸੂਰਜ ਨੂੰ ਚੰਦਰਮਾ ਆਮੋ ਸਾਹਮਣੇ ਵਿਚਾਲੇ ਕੁਛ ਨਹੀਂ, ਤੇ ਪੂਰਨਿਆਂ ਦਾ ਪੂਰੀ ਲਾਈਟ ਹੁੰਦੀ ਹੈ ਚੰਦਰਮੇ ਚ। 10ਵੇਂ ਦੁਆਰ ਦੇ ਅੱਗੇ ਖੜਾ ਹੈ ਪੂਰਨਮਾਸ਼ੀ ਦੇ ਚੰਦ ਵਾਂਗੂ। ਕੌਣ? ਮਨ। ਸੂਰਜ ਦੇ ਯਾਰ ਚੰਦ ਦੇ ਵਿਚਾਲੇ ਭਰਮ ਦਾ ਭਰਦਾ, ਲਾਈਟ ਜ਼ਰੂਰ ਪੈਂਦੀ ਹੈ ਉੱਤੇ, ਉਹਦੇ
ਬੱਦਲਾਂ 'ਚ ਵੀ ਲਾਈਟ ਹੁੰਦੀ ਹੈ, ਪੈਂਦੀ ਹੁੰਦੀ ਹੈ। ਬੱਦਲਾਂ 'ਚ ਲਾਈਟ ਆ ਨਹੀਂ ਜਾਂਦੀ ਧਰਤੀ ਤੇ, ਪਰ ਪੂਰੀ ਨਹੀਂ ਹੁੰਦੀ। ਹਲਕਾ ਜੇ ਬੱਦਲ ਹੋਣ ਨਾ, ਹਲਕੇ ਜੇ, ਬਹੁਤ ਹਲਕੇ ਜੇ, ਭਰਮ ਤਾਂ ਹੈਗਾ ਬਹੁਤ ਹਲਕਾ ਹੈ। ਉਹ ਹਲਕਾ ਭਰਮ ਹੋਣ ਨਾਲ ਬਸ ਫਰਕ ਪਾਉਂਦਾ। ਹਾਂਜੀ, ਕੁਝ ਵਿਚਾਰੇ ਫੂਏ ਖਾਨ ਇਹ ਮੁੰਡਿਆ ਸਿਰ ਚੜ੍ਹੋ ਕਾਲ। ਇਹ ਮੁੰਡਿਆ ਸਿਰ ਚੜ੍ਹੋ ਕਾਲ, ਮੁੰਡਿਆ ਮਰਨ ਨੂੰ ਫਿਰਦਾ। ਇਹ ਤਾਂ ਬਹੁਤ ਭਾਲਦਾ, ਕਹਿੰਦਾ ਮੁੰਡਿਆ ਕਿਉਂ ਨੂੰ ਮੋਇਓ। ਕਬੀਰ ਕਹਿੰਦਾ, ਬਾਹਰਿਆਂ ਨੂੰ ਕਹਿੰਦਾ ਸਾਧ ਸੂਤ ਇਹਨ ਮੁੰਡਿਏ ਖੋਏ, ਆਹੀ ਗੱਲ ਕਹਿ ਰਿਹਾ। ਤਾਗੇ ਟੁੱਟੇ ਸਾਧ ਸੂਤ ਇਹਨ ਮੁੰਡਿਏ ਖੋਏ, ਮੁੰਡਿਆ ਕਿਉਂ ਨੂੰ ਮੋਇਓ। ਮੇਰੇ ਮਨ ਨੇ ਸਤ ਗਿਆਨ ਅੰਦਰੇ ਸਿਰ ਦੇ ਸਾਰੇ ਗਿਆਨ ਅੰਦਰਾਂ ਨੂੰ ਕਨੈਕਸ਼ਨ ਤੋੜ ਲਿਆ, ਤਿਰਕੁਟੀ ਨਾਲ ਕਨੈਕਸ਼ਨ ਤੋੜ ਲਿਆ। ਮਾਨਾ ਜੋ ਵੀ ਕਿਉਂ ਨਹੀਂ ਮਰਿਆ ਮੇਰਾ, ਮੈਨੂੰ ਜਵਾਬ ਦਿਓ। ਮੈਂ ਇਮਾਨਦਾਰੀ ਨਾਲ ਵਾਲਾ ਫੇਰੀ ਹੈ, ਦੁਚਿੱਤੀ ਜਮਾਲਾ ਨਹੀਂ ਫੇਰੀ, ਫੇਰ ਵੀ ਮਨ ਮੇਰਾ ਕਿਉਂ ਨਹੀਂ ਮਰਿਆ, ਇਹਦਾ ਜਵਾਬ ਦਿਓ। ਉਹੀ ਸ਼ਬਦ ਗੱਲ ਹੈ। ਇਹ ਮੁੰਡਿਆ ਦਾ ਮਰਨੋਂ ਫਿਰਦਾ, ਇਹ ਮੁੰਡਿਆ ਸਿਰ ਚੜ੍ਹੋ ਕਾਲ। ਅਬ ਕੈਸੇ ਮरूं, ਮਰਨ ਮਨ ਮੰਨਿਆ। ਹੁਣ ਕਹਿੰਦਾ ਮੈਂ ਦੱਸੋ ਕਿਵੇਂ ਮਰਾਂ। ਉਹਨਾਂ ਨੂੰ ਪੁੱਛਦਾ ਜਿਹਨਾਂ ਨੇ ਮਾਰਾ ਦਿੱਤੀ ਸੀ, ਦੱਸੋ ਹੋਰ ਕੋਈ ਤਰੀਕਾ ਮਨ ਮਰਨ ਦਾ, ਤੁਹਾਡੇ ਵਾਲੇ ਤਰੀਕੇ ਨਾਲ ਤਾਂ ਮਰਿਆ ਨਹੀਂ। ਅਬ ਕੈਸੇ ਮरूं, ਮਰਨ ਮਨ ਮੰਨਿਆ। ਕੋਈ ਜਵਾਬ ਨਹੀਂ ਇਹਨਾਂ ਕੋ। ਫਿਰ ਦਰਗਾਹ 'ਚੋਂ ਜਵਾਬ ਆਇਆ ਮਗਰ ਜਾ ਕੇ, ਇੱਥੇ ਨਹੀਂ ਆਇਆ, ਇੱਥੇ ਤਾਂ ਸਵਾਲ ਹੀ ਰਹਿ ਗਿਆ। ਕਹਿੰਦਾ ਇਸ ਗੱਲ ਦਾ ਜਵਾਬ ਚਾਹੀਦਾ, ਮੈਂ ਆਪ ਕੈਸੇ ਮरूं, ਮਰਨ ਮਨ ਮੰਨਿਓ। ਜਦ ਦਰਗਾਹ 'ਚੋਂ ਆਇਆ ਜਵਾਬ ਹੁਕਮ, ਫਿਰ ਉਹ ਕਹਿੰਦੇ ਮਰ ਗਏ ਜਿਹਨੇ ਰਾਮ ਨੂੰ ਜਾਣਿਆ, ਤੈਂ ਨਹੀਂ ਮਰਦਾ। ਮਾਰ ਕੇ ਉਹ ਗਏ ਨੇ ਜਿਹਨਾਂ ਨੇ ਰਾਮ ਜਾਣਿਆ ਨਹੀਂ, ਰਾਮ ਉਚਾਰਨ ਕੀਤਾ, ਰਾਮ ਰਟਿਆ ਹੈ, ਰਾਮ ਪਾਇਆ ਨਹੀਂ ਹੈ। ਜਿਹਨੇ ਰਾਮ ਪਾਇਆ ਉਹਨੇ ਰਾਮ ਜਾਣ ਲਿਆ ਕੀ ਹੁੰਦਾ। ਰਾਮ ਕਿਵੇਂ ਪਾਇਆ, ਕਿਹੜਾ ਰਾਮ ਪਾਇਆ। ਕਬੀਰ ਨੇ ਰਾਮ ਨਹੀਂ ਪਾਇਆ, ਕਬੀਰ ਨੇ ਰਾਜਾ ਰਾਮ ਪਾਇਆ। ਕਹਿੰਦਾ ਰਾਜਾ ਰਾਮ ਮੋਰਾ ਬ੍ਰਹਮ ਗਿਆਨ, ਰਾਜਾ ਰਾਮ ਨਾਮ ਕੀ ਹੈ, ਬ੍ਰਹਮ ਗਿਆਨ ਹੈ। ਕਬੀਰ ਕਹਿੰਦਾ ਇਹ ਮੈਂ ਪਾ ਲਿਆ। ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ। ਸਾਰਾ ਕਬੀਰ ਨੂੰ ਪੜ੍ਹੀਏ ਤਾਂ ਗੱਲ ਤਾਂ ਸਾਰੀ ਹੱਲ ਹੋ ਜਾਂਦੀ ਹੈ। ਕਬੀਰ ਆਪਣੇ ਬਾਣੇ ਨੂੰ ਆਪ ਹੀ ਹੱਲ ਕਰ ਦਿੰਦਾ, ਪਰ ਬੇਸ਼ਾ ਖੋਜਦਾ ਹੈ। ਇਹ ਤਾਂ ਖੋਜ ਕੀ ਹੈ, ਹੋਰ ਖੋਜ ਕੀ ਹੈ। ਰਾਮ ਨਾ ਪਾਇਆ ਜਾਏ, ਰਾਮ ਕਰਤਾ ਸਭ ਜਗ ਫਿਰੇ। तो पाया की और पाया ब्रह्म ज्ञान। क्यों राजा राम नाम हो रहा ब्रह्म ज्ञान। आत्मज्ञान आएगा ही राजा राम। कबीर मन शीतल पे आया, शीतल हो गया, तृष्णा बुझ गई। तृष्णा बिरले ही की पहला कबीर तो बुझी है तृष्णा, बुझ गई ना तृष्णा, बुझ गई आग निकसे ना धूप। इको रह गया, दुआ है ही नहीं, माया है ही नहीं। ये है टांगे टूटे निखुट्टी बाण, द्वार ऊपर झलकावे कान। दसम द्वार के अगे खड़ गया जाके, मरू तो हर के उत्ते खड़ा, इत्थे ही मरूंगा हूं। बादार पूछे कौन है, पड़ा हमारे बाहर, ना पूछे। आ गल तो है, वो ध्रुव वाली गल नहीं है। वो कहने इत्थे आवे मैनू पर भगवान मिलन, वो उत्थे मंगाउंदा ਉਹਦੇ द्वारे ते ਜਾਂਦਾ। ਉਹਦਾ ਜਿੱਥੇ ਤਪ ਕਰਦਾ ਕਹਿੰਦਾ ਇੱਥੇ ਆਵੇ, ਵਿਸ਼ਨੂੰ ਮੇਰੇ ਕੋਲ ਚੱਲ ਕੇ ਆਵੇ। ਇਹ ਉਹਦੇ द्वारे ਤੇ ਜਾ ਕੇ ਕਹਿੰਦਾ ਤੇਰੇ द्वारे ਤੇ ਮਰੂਗਾ ਹੁਣ। ਤੂੰ ਕਹਿੰਦਾ ਨਾ ਮਰਨਾ ਮੰਨ, ਪਹਿਲਾਂ ਮਨ ਕਬੂਲ ਲੈ, ਤੇਰੇ द्वारे ਤੇ ਹੀ ਮਰ ਜਾਵਾਂਗੇ। टूटे ताके निखुट्टी पान। जब द्वारे ते जाके खड़ा हो गया, जोत पूरी है, जोत पूरी है।
कितनी जोत है? जैसे तारू पर आकाश इतनी जोत है। पर आकाश जोगी जोत है, परम है जी, परम परम रहता है। तीन लोक का ज्ञान था है, चौथे का नहीं है, चौथे का नहीं है। और तीन लोक तक के ज्ञान है, चौथे का नहीं है पता। चौथे का पता कौन दू? चौथे का तो आओ आप दो जो चौथे लोक च बसदा है। चौथे लोक का ज्ञान तो चौथे लोक वाले देंगे ना। किले के बाहर असीं तरह मुहरे चले गए, किले के अंदर की है सानू की पता? अंदरला ज्ञान तो अंदर ही देंगे, बाहर वाले नूं की पता? ये आ जाते किले च एंटर हो जू फिर दस सकदा। बाहर खड़ा किले दे विच की है की पता उन्होंने? हाँ जी। कूच विचारे फूए फाल इया मुंडिया सिर चढ़गो काल। कूच विचारे, मैं कूच करना इत्थे नहीं आया, ये विचार लिया। वो कूचा होंदा फेरना वाला ਉਹਨੂੰ भी कूचा कहते ਜਿਹੜਾ ਤਾਣਾ ਤਣ ਕੇ ਉੱਤੇ ਫੇਰਦੇ ਨੇ, ਇਹਨੇ ਉਹ ਕੂਚ ਦਾ ਕੂਚਾ ਬਣਾਤਾ। ਕਰਨਾ ਕੂਚ ਰਹਿਣ ਸਰਨਾ ਜੀ। ਹਾਂ, ਕਰਨਾ ਕੂਚ ਰਹਿਣ ਸਰਨਾ ਜੀ। ਇਹ ਮੰਨ ਲਿਆ ਵੀ ਕੂਚ ਕਰ ਜਾਣਾ, ਉਹ ਨਹੀਂ ਰਹਿਣਾ ਇੱਥੇ। फूए फाल सब कुछ क्या होता? सब कुछ फूकता, आई मौज फकीर दी दिया चौपड़ा फूक, सब कुछ त्यागता। वो कहना मेरा जातना, मेरी शान में चौपड़ी, मेरा जातना गाऊं, इतने मेरा कुछ भी नहीं, सब कुछ त्यागता। मेरा मुझ में कुछ नहीं, जो कुछ है सो तेरा, तेरा तुझको सौंपते क्या लागे मेरा। सब माया वाला सब कुछ फेंकता, उड़ाता हवा च, जिनी है उदी है। कूच जद बचा रहा फूए फाल संसार सारा ही कुछ क्या होता? कूच विचारे फूए फाल इया मुंडिया सिर चढ़गो काल। बाद उन्हें तो लग बना लिया मरण नूं, जिन्हें मरना है उन्हें बाकी चीजां से की ध्यान जोड़ना। सती की संचे भांडे ताही कह रहे ने कोई जेड़ा मरन जा रही है सती, वो कहनी भांडे भूंडे इकट्ठे करके रखे, तो मतलब उन्हें मुड़ के आना, सती नहीं होना है, अगला जन्म लेना। सती तो हो जो जन्म ना लवे, दूसरा जन्म ना हो तो सती है, जिन्हें मुड़ के आना भांडे का फिक्र है भी भांडे आ खंडे ना रह जान, तैं मुड़ के आना, तैं की लेना भांडे दे। तां कह रहे सती की सांचे ओदा भांडे वाल ध्यान नहीं है। बहुत कुछ एक पॉइंट को क्लीयर करने वास्ते बहुत कुछ कहा कबीर ने, ताकि समझ लेन भाई की कहना। तां कहा कबीर दीनी संसार को लै जे समस्तक भाग, ये गल नूं समझ उही लोग बड़े तकड़े भाग होणगे कि जुड़िया रहूगा मेरी सारी बाणी नाल। जो मैं कहा वो खोज लूगा मैं की कहना चाहना, वो बुझ लूगा मैं की कहा, गल सारी बुझण वाली है, कहीं नहीं जा सकती, एक अठ कथा है। ए मुंडिया सगलो द्रव खोई आपद जात ना कसर होई। ना कासर हुई है, नाक नहीं है, लग ना ना कसर ना कासर हुई, कसर इन्हें कोई नहीं फर्क पैंदा। कसर भी हुंदा है नुकसान, मैनू नहीं कसर पैंदी इहदी, कसर हुंदा घाटा, ना कसर हुई, ना कसर हुई, कसर दा हुंदा नुकसान। ए मुंडिया सगलो द्रव खोई जेड़ा हुंदा ना कसर हुई। 1/2 या 3/4 ਇਹ ਜਿਹੜੀ ਇਹਨੂੰ ਕਸਰ ਕਹਿੰਦੇ ਨੇ, ਇੱਕ ਜਿਹੜਾ ਸਾਬਤ ਤੋਂ ਘੱਟ ਹੈ ਕਸਰ ਹੁੰਦੀ ਹੈ, ਇੱਕ ਤੋਂ ਘੱਟ